A very good morning to all of you students. Today we will discuss our next terms that are basic accounting terms relating to accountancy. Our next term is trade receivable. ਟਰੇਡ ਰਿਸੀਵੇਬਲ ਦਾ ਮਤਲਬ ਰਾਜੇ ਕੀ ਹੁੰਦਾ, ਜੋ ਪੈਸੇ ਹਜੇ ਰਿਸੀਵ ਕਰਨ ਵਾਲੇ ਰਹਿੰਦੇ ਆ। ਟਰੇਡ ਰਿਸੀਵੇਬਲ ਮੀਨਸ ਉਹ ਸਾਰੀ ਅਮਾਊਂਟ ਜੋ ਬਿਜ਼ਨਸ ਨੇ ਕਿਸੇ ਵੀ ਆਊਟਸਾਈਡਰ ਪਾਰਟੀ ਤੋਂ ਰਿਸੀਵ ਕਰਨੀ ਆ, ਜਿਹਨੂੰ ਅਸੀਂ ਉਧਾਰ ਸੇਲ ਕੀਤੀ ਆ, ਜਿਹਨੂੰ ਅਸੀਂ ਗੁੱਡਸ ਉਧਾਰ ਵੇਚੀਆਂ, ਵੈਦਰ ਦੇ ਆਰ ਡੈਟਰ ਔਰ ਬਿਲ ਰਿਸੀਵੇਬਲ। ਦੇਖੋ, ਜਿਹਨੂੰ ਤਾਂ ਆਪਾਂ ਜਾਣਦੇ ਆ, ਜਿਹੜੇ ਪਰਸਨ ਨੂੰ, ਉਹਨੂੰ ਅਸੀਂ ਵੈਸੇ ਹੀ ਉਧਾਰ ਸਮਾਨ ਦੇ ਦਿੰਦੇ ਆ, ਇਟ ਮੀਨਸ ਉਹ ਸਾਡੇ ਡੈਟਰਸ ਆ। ਬਟ ਜਿਹਨੂੰ ਅਸੀਂ ਨਹੀਂ ਜਾਣਦੇ, ਉਹਦੇ ਤੋਂ ਸਾਨੂੰ ਕੋਈ ਪ੍ਰੂਫ ਚਾਹੀਦਾ ਹੁੰਦਾ ਹੈਗਾ ਕਿ ਕੱਲ ਜੇ ਉਹ ਸਾਡੇ ਪੈਸੇ ਮੁੱਕਰੇ ਤਾਂ ਸਾਡੇ ਕੋਲ ਕੋਈ ਪ੍ਰੂਫ ਹੋਵੇ। ਤਾਂ ਕਰਕੇ ਅਸੀਂ ਉਹਦੇ ਤੋਂ ਕੀ ਕਰਵਾ ਲੈਂਦੇ ਆ, ਅਸੀਂ ਉਹਦੇ ਤੋਂ ਬਿੱਲ ਡਰਾਅ ਕਰਾ ਲੈਂਦੇ ਆ। ਉਹ ਬਿੱਲ ਤੇ ਉਸ ਕ੍ਰੈਡੀਟਰ ਦੇ ਸਾਈਨ ਹੋ ਜਾਂਦੇ ਆ ਕਿ ਹਾਂ ਮੈਂ ਤੁਹਾਡੇ ਇੰਨੇ ਪੈਸੇ ਇੰਨੇ ਟਾਈਮ ਬਾਅਦ ਦੇਣੇ ਆ। ਤਾਂ ਇਹ ਦੋਨੇ ਡੈਟਰਸ ਚਾਹੇ ਬਿੱਲ ਰਿਸੀਵੇਬਲ, ਜਿਨ੍ਹਾਂ ਤੋਂ ਬਿਜ਼ਨਸ ਨੇ ਹਜੇ ਪੈਸੇ ਰਿਸੀਵ ਕਰਨੇ ਆ, ਇਹ ਦੋਨਾਂ ਨੂੰ ਟੋਟਲੀ ਅਸੀਂ ਕੀ ਕਹਿੰਦੇ ਆ, ਸਮ ਅਪ ਕਰਕੇ ਕੀ ਕਹਿੰਦੇ ਆ, ਟਰੇਡ ਰਿਸੀਵੇਬਲ। Trade receivable means amount receivable by business from any outsider debtor or any bill receivable acceptor, ਕਿ ਜਿਹਨੇ ਸਾਡਾ ਬਿੱਲ ਐਕਸੈਪਟ ਕੀਤਾ ਜਾਂ ਜਿਹਨੇ ਸਾਡੇ ਤੋਂ ਕੁਝ ਉਧਾਰ ਪਰਚੇਸ ਕੀਤਾ ਹੈਗਾ, ਜਿਹਨੂੰ ਅਸੀਂ ਕ੍ਰੈਡਿਟ ਸੇਲ ਕੀਤੀ ਆ, ਜਿਨ੍ਹਾਂ ਤੋਂ ਅਸੀਂ ਹਜੇ ਪੈਸੇ ਲੈਣੇ ਆ, ਇਹਨਾਂ ਦੇ ਸਮ ਅਪ ਨੂੰ ਅਸੀਂ ਕਹਿੰਦੇ ਆ ਟਰੇਡ ਰਿਸੀਵੇਬਲ। ਸਿਮਿਲਰਲੀ ਟਰੇਡ ਪੇਬਲ ਦਾ ਮਤਲਬ ਕੀ ਹੁੰਦਾ, ਜਿਹੜੇ ਪੈਸੇ ਪੇ ਕਰਨ ਵਾਲੇ ਰਹਿੰਦੇ ਆ। ਤਾਂ ਟਰੇਡ ਪੇਬਲ ਮੀਨਸ ਦਾ ਅਮਾਊਂਟ ਵਿਚ ਇਜ਼ ਪੇਬਲ ਟੂ ਐਨੀ ਆਊਟਸਾਈਡਰ ਪਾਰਟੀ ਬਾਈ ਦਾ ਬਿਜ਼ਨਸ। ਜਿਹੜੇ ਪੈਸੇ ਬਿਜ਼ਨਸ ਨੇ ਕਿਸੇ ਨੂੰ ਹਜੇ ਪੇ ਕਰਨ ਵਾਲੇ ਰਹਿੰਦੇ ਆ, ਜਿਹੜੇ ਪੈਸੇ ਬਿਜ਼ਨਸ ਦੇ ਕਿਸੇ ਨੂੰ ਪੇ ਕਰਨ ਵਾਲੇ ਰਹਿੰਦੇ ਆ, ਦੈਟ ਇਜ਼ ਟਰੇਡ ਪੇਬਲ। ਇਹਦੇ ਵਿੱਚ ਵੀ ਹੁਣ ਅਗਰ ਤਾਂ ਸਾਡੇ ਨੋਨ ਆ ਤਾਂ ਉਹ ਸਾਨੂੰ ਵੈਸੇ ਹੀ ਗੁੱਡਸ ਕ੍ਰੈਡਿਟ ਦੇ ਦੇਣਗੇ, ਬਟ ਅਗਰ ਉਹ ਸਾਡੇ ਨੋਨ ਨਹੀਂ ਹੈਗੇ ਤਾਂ ਉਹ ਸਾਡੇ ਤੋਂ ਬਿੱਲ ਆਫ ਐਕਸਚੇਂਜ ਲਿਖਾਉਣਗੇ, ਬਿੱਲ ਤੇ ਸਾਈਨ ਕਰਾਉਣਗੇ ਕਿ ਅਸੀਂ ਉਹਨਾਂ ਦੇ ਹਜੇ ਪੈਸੇ ਪੇ ਕਰਨੇ ਆ। ਜੇ ਪੇ ਕਰਨੇ ਆ ਤਾਂ ਬਿੱਲ ਪੇਬਲ ਆ, ਜੇ ਰਿਸੀਵ ਕਰਨੇ ਸੀ ਤਾਂ ਬਿੱਲ ਰਿਸੀਵੇਬਲ ਆ। ਤਾਂ ਜਿਹਨੂੰ ਅਸੀਂ ਪੈਸੇ ਪੇ ਕਰਨੇ ਆ, ਚਾਹੇ ਉਹ ਸਾਡਾ ਕ੍ਰੈਡੀਟਰ ਆ, ਚਾਹੇ ਉਹ ਸਾਡਾ ਬਿੱਲ ਪੇਬਲ ਆ, ਇਹਨਾਂ ਦੇ ਟੋਟਲ ਨੂੰ ਅਸੀਂ ਕੀ ਕਹਿੰਦੇ ਆ, ਟਰੇਡ ਪੇਬਲ। ਨੈਕਸਟ ਟਰਮ ਇਜ਼ ਇਕੁਇਟੀ। ਇਕੁਇਟੀ ਰਾਜੇ ਕੀ ਹੁੰਦਾ, ਇਕੁਇਟੀ ਮੀਨਸ ਟੋਟਲ ਕਲੇਮਸ ਅਗੇਨਸਟ ਐਸਿਡ ਆਫ ਦਾ ਫਰਮ। ਐਸਿਡ ਦਾ ਮਤਲਬ ਸਾਡੀ ਸੰਪਤੀ, ਸਾਡੀ ਪ੍ਰਾਪਰਟੀ। ਹੁਣ ਉਹ ਪ੍ਰਾਪਰਟੀ ਤੇ ਦਾਵਾ ਕਿਹਦਾ, ਕਿੰਨੇ ਪੈਸੇ, ਤੁਸੀਂ ਘਰੇ ਵੀ ਆਪਣੇ ਕੋਲ ਜਿੰਨੀ ਪ੍ਰਾਪਰਟੀ ਹੁੰਦੀ ਉਹ 'ਚੋਂ ਕੁਛ ਪ੍ਰਾਪਰਟੀ ਸਾਡੀ ਖੁਦ ਦੀ ਹੁੰਦੀ ਆ, ਕੁਛ ਅਸੀਂ ਲੋਨ ਲੈ ਕੇ ਖਰੀਦੀ ਹੁੰਦੀ ਆ। ਤਾਂ ਜਿੰਨੇ ਵੀ ਸਾਡੇ ਕੋਲੇ ਐਸੈਟਸ ਆ, ਉਹਦੇ 'ਚੋਂ ਕਿੰਨੀ ਇਕੁਇਟੀ ਓਨਰ ਦੀ ਆ, ਕਿੰਨੀ ਇਕੁਇਟੀ ਜਿਹੜੀ ਅਸੀਂ ਕਰਜ਼ੇ ਲਏ ਹੋਏ ਆ ਕ੍ਰੈਡੀਟਰਸ ਤੋਂ, ਇਹਨਾਂ ਦੋਨਾਂ ਦੇ ਟੋਟਲ ਨੂੰ ਅਸੀਂ ਕੀ ਕਹਿੰਦੇ ਆ, ਇਕੁਇਟੀ। ਇਕੁਇਟੀ ਦੇ ਵਿੱਚ ਸਾਡੇ ਕੋਲ ਕਹਿੰਦਾ ਇਕੁਇਟੀ, ਜਿੰਨੀ ਸਾਡੇ ਕੋਲ ਇਕੁਇਟੀ ਹੋਊਗੀ ਉਨੇ ਹੀ ਸਾਡੇ ਕੋਲੇ ਐਸੈਟਸ ਹੋਣਗੇ। ਇਕੁਇਟੀ ਦੇ ਵਿੱਚ ਓਨਰ ਦਾ ਖੁਦ ਦਾ ਪੈਸਾ ਆ ਜਾਊਗਾ ਤੇ ਆਊਟਸਾਈਡਰ ਮੀਨਸ ਜੋ ਸਾਡੀਆਂ ਲਾਇਬਿਲਿਟੀਜ਼ ਆ, ਸਾਡਾ ਖੁਦ ਦਾ ਪੈਸਾ ਪਲੱਸ ਸਾਡੇ ਜਿੰਨੇ ਕਰਜ਼ੇ ਆ, ਇਹ ਇਕੁਅਲ ਟੂ ਇਕੁਇਟੀ ਵੀ ਆ, ਇਕੁਅਲ ਟੂ ਐਸੈਟਸ ਵੀ ਆ। ਦੈਨ ਨੈਕਸਟ ਟਰਮ ਆ ਗਈ ਸਾਡੇ ਕੋਲੇ ਇਨਵੋਇਸ ਰਾਜੇ ਕੀ ਹੁੰਦਾ, ਇਨਵੋਇਸ ਇੱਕ ਬਿੱਲ ਹੁੰਦਾ, itemized list ਆ। invoice is a bill which give information regarding purchased or supplied goods। ਜਿਹਨੇ ਆਪਾਂ ਨੂੰ ਜਿੰਨੀਆਂ ਗੁੱਡਸ ਸਪਲਾਈ ਕੀਤੀਆਂ ਉਹਦੇ ਉੱਪਰ ਸਾਰਾ ਲਿਖਿਆ ਹੋਊਗਾ। ਫੋਰ ਐਗਜ਼ਾਮਪਲ ਲਿਖਿਆ 5 ਸ਼ੈਂਪੂ ਐਟ ਦਾ ਰੇਟ 100 ਇਕੁਅਲ ਟੂ 500, ਕਿ 5 ਸ਼ੈਂਪੂ ਦੀਆਂ ਪੈਕਿੰਗਸ ਖਰੀਦੀਆਂ 100 ਦੀਆਂ ਤਾਂ ਮਤਲਬ 500 ਦੀਆਂ ਹੋ ਗਈਆਂ। ਤਾਂ ਇਨਵੋਇਸ ਦਾ ਮਤਲਬ ਉਹ ਬਿੱਲ ਆ ਜਿਹਦੇ ਤੇ ਸਾਰੀਆਂ ਆਈਟਮਸ ਦੀ ਇਨਫੋਰਮੇਸ਼ਨ ਲਿਖੀ ਆ, ਉਹਨਾਂ ਦੀ ਕੁਆਲਿਟੀ ਲਿਖੀ ਆ, ਉਹਨਾਂ ਦਾ ਪ੍ਰਾਈਸ ਲਿਖਿਆ, ਸਾਰੀਆਂ ਟਰਮਸ ਆਫ ਸੇਲ ਲਿਖੀਆਂ ਕਿ ਰਿਟਰਨ ਹੋਏਗਾ ਨਹੀਂ ਹੋਏਗਾ, ਕਿੰਨੇ % ਡਿਸਕਾਊਂਟ ਆ, ਕਿੰਨੇ ਟਾਈਮ ਦੀ ਵਾਰੰਟੀ ਆ, ਕੀ ਵਾਰੰਟੀ ਚਾਰਜਿਸ ਆ, ਸੋ ਔਨ, ਸਾਰੀ ਇਨਫੋਰਮੇਸ਼ਨ ਜਿਹੜੀ ਇਨਵੋਇਸ ਤੇ ਹੋਏਗੀ। ਦੈਨ ਨੈਕਸਟ ਟਰਮ ਇਜ਼ ਰੈਵਨਿਊ ਦਾ ਮਤਲਬ ਰਾਜੇ ਕੀ ਹੁੰਦਾ, ਰੈਵਨਿਊ ਦਾ ਮਤਲਬ ਹੁੰਦਾ ਅਸੀਂ ਟੋਟਲ ਜਿੰਨੀ ਕਮਾਈ ਕੀਤੀ ਆ। ਇਟ ਇਜ਼ ਦਾ ਮੋਨੀਟਰੀ ਅਮਾਊਂਟ ਆਫ ਐਨੂਅਲ ਸੇਲ ਕਰਕੇ ਪੂਰੇ ਸਾਲ 'ਚ ਵੇਚ ਕੇ ਜਿੰਨਾ ਵੀ ਪੈਸਾ ਸਾਡੇ ਕੋਲੇ ਆ ਗਿਆ, ਉਹ ਸਾਰੀ ਜਿਹੜੀ ਸਾਡੀ ਉਹ ਰੈਵਨਿਊ ਆ। ਅਸੀਂ ਇਹਦੇ 'ਚੋਂ ਕੋਈ ਖਰਚਾ ਮਾਈਨਸ ਨਹੀਂ ਕਰਨਾ, ਸਿਰਫ ਜਿੰਨਾ ਪੈਸਾ ਆਇਆ ਉਹ ਸਾਡੀ ਰੈਵਨਿਊ ਆ। ਜਦੋਂ ਅਸੀਂ ਰੈਵਨਿਊ 'ਚੋਂ ਖਰਚੇ ਮਾਈਨਸ ਕਰ ਦਾਂਗੇ, ਕੋਸਟ ਮਾਈਨਸ ਕਰ ਦਾਂਗੇ, ਫਿਰ ਉਹ ਸਾਡੀ ਇਨਕਮ ਆ ਜਾਏਗੀ। ਮੀਨਸ ਮੰਨ ਲਓ ਇੱਕ ਕੱਪੜੇ ਵਾਲਾ, ਉਹਦੇ ਕੋਲੇ ਕੱਪੜਾ ਵੇਚ ਕੇ ਜਿੰਨਾ ਪੈਸਾ ਆਉਂਦਾ ਉਹ ਸਾਰੀ ਉਹਦੀ ਰੈਵਨਿਊ ਆ। ਪਰ ਉਹ ਕੱਪੜਾ ਖਰੀਦਣ ਤੇ ਜਿੰਨੇ ਉਹਨੂੰ ਖਰਚੇ ਆਏ ਸੀ ਜਾਂ ਜਿੰਨੇ ਉਹਨੇ ਕਿਸੇ ਨੂੰ ਵੇਜਿਸ ਦਿੱਤੀਆਂ ਜਾਂ ਕੋਈ ਬਿਜਲੀ ਦਾ ਬਿੱਲ ਭਰਿਆ, ਕਿਰਾਇਆ ਭਰਿਆ, ਉਹ ਸਾਰੇ ਮਾਈਨਸ ਕਰਕੇ ਜੋ ਬਚੇਗਾ ਉਹ ਉਹਦੀ ਇਨਕਮ ਆ। ਰੈਵਨਿਊ ਦਾ ਮਤਲਬ ਸਿਰਫ ਜਿੰਨਾ ਪੈਸਾ ਉਹਨੇ ਰਿਸੀਵ ਕੀਤਾ। ਨੈਕਸਟ ਇਜ਼ ਅਕਾਊਂਟਿੰਗ ਪੀਰੀਅਡ। ਹੁਣ ਅਕਾਊਂਟਿੰਗ ਪੀਰੀਅਡ ਰਾਜੇ ਕੀ ਹੁੰਦਾ, ਅਕਾਊਂਟਿੰਗ ਪੀਰੀਅਡ ਉਹ ਪੀਰੀਅਡ ਆ ਜਿੰਨੇ ਟਾਈਮ ਲਈ ਬੁੱਕਸ ਆਫ ਅਕਾਊਂਟਸ ਬਣਦੀਆਂ। ਜਿੱਦਾਂ ਹਰ ਜੇ ਆਪਾਂ ਕਹੀਏ ਕੋਈ ਆਰਗੇਨਾਈਜੇਸ਼ਨ ਆ, ਕਈ ਹੁਣ 1 ਅਪ੍ਰੈਲ ਤੋਂ 31 ਮਾਰਚ ਤੱਕ ਵਾਲਾ ਸਾਲ ਫੋਲੋ ਕਰਦੇ ਆ, ਮਤਲਬ 1 ਅਪ੍ਰੈਲ ਤੋਂ ਉਹਨਾਂ ਦਾ ਈਅਰ ਸਟਾਰਟ ਹੁੰਦਾ, 31 ਮਾਰਚ ਨੂੰ ਬੁੱਕਸ ਕਲੋਜ਼ ਕਰਦੇ ਆ। ਮੀਨਸ ਉਹਨਾਂ ਦਾ ਅਕਾਊਂਟਿੰਗ ਪੀਰੀਅਡ 1 ਅਪ੍ਰੈਲ ਟੂ 31 ਮਾਰਚ ਹੋ ਗਿਆ।
ਕਈ 1 ਜੈਨ ਤੋਂ 31 ਦਸੰਬਰ ਫੋਲੋ ਕਰਦੇ ਆ। ਤਾਂ ਅਕਾਊਂਟਿੰਗ ਪੀਰੀਅਡ ਦਾ ਮਤਲਬ ਉਹ ਪੀਰੀਅਡ ਆ ਜਿੰਨੇ ਟਾਈਮ ਦੇ ਲਈ ਅਸੀਂ ਬੁੱਕਸ ਆਫ ਅਕਾਊਂਟਸ ਬਣਾਉਂਦੇ ਆ, ਜਿੰਨੇ ਟਾਈਮ ਦਾ ਅਸੀਂ ਪ੍ਰੋਫਿਟ ਜਾਂ ਲਾਸ ਮੈਜ਼ਰ ਕਰਦੇ ਆ। ਨਾਰਮਲੀ 1 ਸਾਲ ਦੇ ਪੀਰੀਅਡ ਨੂੰ ਅਸੀਂ ਅਕਾਊਂਟਿੰਗ ਪੀਰੀਅਡ ਕਹਿੰਦੇ ਆ। ਨੈਕਸਟ ਟਰਮ ਇਜ਼ ਐਂਟਰੀ। ਐਂਟਰੀ ਰਾਜੇ ਕੀ ਹੁੰਦੀ ਹੈ? ਐਂਟਰੀ ਦਾ ਮਤਲਬ ਹੈ ਜਿੱਦਾਂ ਅਸੀਂ ਕਿਸੇ ਟ੍ਰਾਂਜੈਕਸ਼ਨ ਨੂੰ, ਕਿਸੇ ਲੈਣ ਦੇਣ ਨੂੰ ਰਿਕਾਰਡ ਕਰਦੇ ਆ, ਉਹ ਰਿਕਾਰਡ ਕਰਨ ਵਾਲੇ ਵੇ ਨੂੰ ਅਸੀਂ ਕੀ ਕਹਿੰਦੇ ਆ? ਐਂਟਰੀ। ਫੋਰ ਐਗਜ਼ਾਮਪਲ ਤੁਸੀਂ ਅੱਗੇ ਜਰਨਲ ਐਂਟਰੀਜ਼ ਕਰੋਗੇ, ਪਰਚੇਜ਼ ਅਕਾਊਂਟ, ਡੈਬਿਟ ਟੂ ਕੈਸ਼ ਅਕਾਊਂਟ, ਤਾਂ ਫਿਰ ਉਹ ਜਿਹੜੀ ਲਿਖਣ ਦਾ ਜਿਹੜਾ ਵੇ ਆ, ਜਿੱਦਾਂ ਤੁਹਾਡੀ ਸਕੂਲ ਰਜਿਸਟਰ ਦੇ ਵਿੱਚ ਐਂਟਰੀ ਪੈਂਦੀ ਆ, ਸਕੂਲ ਰਜਿਸਟਰ 'ਚ ਕੀ ਐਂਟਰੀ ਪੈਂਦੀ ਆ? ਤੁਹਾਡਾ ਨੇਮ, ਫਾਦਰ ਨੇਮ, ਐਡਰੈਸ, ਉਹ ਚੀਜ਼ ਨੂੰ ਅਸੀਂ ਐਂਟਰੀ ਕਹਿੰਦੇ ਆ। ਤਾਂ ਜਿੱਦਾਂ ਅਸੀਂ ਕਿਸੇ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਆ ਉਹਨੂੰ ਅਸੀਂ ਕੀ ਕਹਿੰਦੇ ਆ? ਐਂਟਰੀ। ਨੈਕਸਟ ਟਰਮ ਇਜ਼ ਕਾਸਟਿੰਗ। ਕਾਸਟਿੰਗ ਰਾਜੇ ਹੋਰ ਕੁਛ ਨਹੀਂ, ਕਾਸਟਿੰਗ ਜਸਟ ਇੱਕ ਵਰਡ ਆ ਜਿਹੜਾ ਅਸੀਂ ਯੂਜ਼ ਕਰਦੇ ਆ ਜਦੋਂ ਅਸੀਂ ਅਕਾਊਂਟਸ ਬਣਾਉਂਦੇ ਆ। ਅਕਾਊਂਟਸ ਦੀਆਂ ਸਾਡੇ ਕੋਲੇ 2 ਸਾਈਡਸ ਹੁੰਦੀਆਂ, ਡੈਬਿਟ ਸਾਈਡ, ਕ੍ਰੈਡਿਟ ਸਾਈਡ। ਉਹਦਾ ਟੋਟਲ ਕਰਨ ਦੇ ਲਈ ਅਸੀਂ ਵਰਡ ਕੀ ਯੂਜ਼ ਕਰਦੇ ਆ? ਕਾਸਟਿੰਗ। ਜਿੱਦਾਂ ਅਸੀਂ ਕਹੀਏ ਅਸੀਂ ਡੈਬਿਟ ਸਾਈਡ ਦਾ ਟੋਟਲ ਕਰ ਰਹੇ ਆ, ਮੀਨਸ ਅਸੀਂ ਡੈਬਿਟ ਸਾਈਡ ਦੀ ਕਾਸਟਿੰਗ ਕਰ ਰਹੇ ਆ। Casting is term which is used for totaling the books of accounts. Next term is depreciation. Depreciation ਦਾ ਮਤਲਬ ਕੀ ਹੁੰਦਾ? Depreciation means decrease in the value of asset due to its use, due to passage of time, due to obsolescence. Depreciation ਦਾ ਮਤਲਬ ਆ ਕਿਸੇ ਵੀ ਐਸਿਡ ਦੇ ਰੇਟ ਘਟਣੇ, ਉਹਦੀ ਵੈਲਿਊ ਘਟਣੀ। ਕਿਉਂ ਘਟਣੀ? ਜਦੋਂ ਅਸੀਂ ਇਹਨੂੰ ਯੂਜ਼ ਕਰਾਂਗੇ, ਜਿੱਦਾਂ ਤੁਸੀਂ ਇੱਕ ਮੋਟਰਸਾਈਕਲ 50,000 ਦਾ ਲਿਆਂਦਾ, ਉਹਨੂੰ ਸਾਲ ਯੂਜ਼ ਕਰੋਗੇ, ਉਹਨੇ ਬਾਅਦ ਚੋਂ 30-35,000 ਦਾ ਸੇਲ ਹੋਣਾ। ਜਾਂ ਕਈ ਚੀਜ਼ਾਂ ਟਾਈਮ ਪੈ ਕੇ, ਜਿੱਦਾਂ ਕੋਈ ਵੀ ਲੋਹੇ ਦੀ ਚੀਜ਼ ਆ, ਉਹ ਜਿੰਨੀ ਪੁਰਾਣੀ ਹੋਈ ਜਾਊਗੀ ਉਹਦਾ ਰੇਟ ਘਟੀ ਜਾਣਾ। ਜਾਂ ਟੈਕਨੀਕਲ ਆਬਸੋਲੈਂਸ ਕਰਕੇ, ਜਿੱਦਾਂ ਆਪਾਂ ਮੋਬਾਈਲ ਫੋਨ ਲੈ ਕੇ ਆਉਂਦੇ ਆ, ਤਾਂ ਜਦੋਂ ਉਸ ਤੋਂ ਟੌਪ ਫੀਚਰ ਵਾਲਾ ਫੋਨ ਆ ਜਾਂਦਾ ਤਾਂ ਪੁਰਾਣੇ ਫੋਨ ਦੇ ਰੇਟ ਘਟ ਜਾਂਦੇ ਆ। ਤਾਂ ਡੈਪਰੀਸੀਏਸ਼ਨ ਦਾ ਮਤਲਬ ਐਸਿਡ ਦੀ ਵੈਲਿਊ ਘਟਣਾ, ਕਿ ਜਿੰਨੀ ਉਹਦੀ ਲਾਈਫ ਉਹਨੇ ਟਾਈਮ 'ਚ ਆਪਾਂ ਜਿਹੜੀ ਉਹਦੀ ਅਮਾਊਂਟ ਆ ਉਹ ਰਾਈਟ ਆਫ ਕਰਨੀ ਆ। ਨੈਕਸਟ ਟਰਮ ਇਜ਼ ਅਮੋਰਟਾਈਜੇਸ਼ਨ। ਅਮੋਰਟਾਈਜੇਸ਼ਨ ਦਾ ਮਤਲਬ ਵੀ ਘਟਣਾ ਹੀ ਆ, ਬਟ ਅਮੋਰਟਾਈਜੇਸ਼ਨ ਇਜ਼ ਅ ਟਰਮ ਵਿਚ ਇਜ਼ ਯੂਜ਼ਡ ਟੂ ਰਿਡਕਸ਼ਨ ਇਨ ਦਾ ਡੈਟ ਡਿਊ ਟੂ ਕੰਟੀਨਿਊਸਲੀ ਪੀਰੀਅਡਿਕ ਪੇਮੈਂਟ। ਕਿ ਜਿਹੜਾ ਸਾਡੇ ਸਿਰ ਕਰਜ਼ਾ, ਜਿਹੜਾ ਸਾਡੇ ਸਿਰ ਡੈਟ ਆ, ਜਦੋਂ ਅਸੀਂ ਉਹਦੀਆਂ ਬਰਾਬਰ ਕਿਸ਼ਤਾਂ ਕਰ ਲੈਂਦੇ ਆ ਤਾਂ ਉਹ ਕਿਸ਼ਤਾਂ ਪੇ ਕਰ ਕਰਕੇ ਜਿੰਨਾ ਸਾਡਾ ਕਰਜ਼ਾ ਘਟੀ ਜਾਂਦਾ, ਦੈਟ ਇਜ਼ ਅਮੋਰਟਾਈਜੇਸ਼ਨ। ਫੋਰ ਐਗਜ਼ਾਮਪਲ ਤੁਹਾਡੀ ਸਕੂਲ ਦੀ ਫੀਸ ਆ 30,000 ਆ, ਤੁਸੀਂ 3 ਕਿਸ਼ਤਾਂ 'ਚ ਭਰਨੀ ਆ। ਤਾਂ ਹੁਣ ਆਪਾਂ ਪਹਿਲੀ ਕਿਸ਼ਤ ਭਰਾਂਗੇ 10,000, ਤਾਂ ਫੀਸ 20,000 ਪੈਂਡਿੰਗ ਰਹਿ ਗਈ, ਫਿਰ 10,000 ਪੇ ਕਰਤੀ, ਫਿਰ 10,000 ਪੈਂਡਿੰਗ ਰਹਿ ਗਈ, ਫਿਰ 10,000 ਪੇ ਕਰਤੀ, ਤਾਂ 0 ਹੋ ਗਈ। ਤਾਂ ਜਿਹੜੀਆਂ ਆਪਾਂ ਕਿਸ਼ਤਾਂ ਭਰਦੇ ਇਕੁਅਲੀ 3 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ, ਜਿਹਦੇ ਨਾਲ ਸਾਡਾ ਡੈਟ ਘਟਦਾ, ਉਹ ਘਟਣ ਦੀ ਪ੍ਰੋਸੈਸ ਲਈ ਕੀ ਵਰਡ ਯੂਜ਼ ਕਰਦੇ ਆ? ਅਮੋਰਟਾਈਜੇਸ਼ਨ। ਨੈਕਸਟ ਟਰਮ ਇਜ਼ ਇਨਵੈਸਟਮੈਂਟ। ਇਨਵੈਸਟਮੈਂਟ ਦਾ ਮਤਲਬ ਰਾਜੇ ਕੀ ਹੁੰਦਾ? ਇਨਵੈਸਟਮੈਂਟ ਦਾ ਮਤਲਬ ਹੁੰਦਾ ਜੋ ਵੀ ਸਾਡੇ ਕੋਲੇ ਐਕਸਟਰਾ ਪੈਸਾ ਜਿਹੜਾ ਅਸੀਂ ਕਿਸੇ ਬਾਹਰਲੇ ਬਿਜ਼ਨਸ 'ਚ ਇਨਵੈਸਟ ਕਰਦੇ ਆ, ਜਿਹੜਾ ਅਸੀਂ ਆਪਣੇ ਬਿਜ਼ਨਸ 'ਚ ਪੈਸਾ ਲਾਵਾਂਗੇ ਉਹਨੂੰ ਤਾਂ ਅਸੀਂ ਕੈਪੀਟਲ ਵਰਡ ਬੋਲਦੇ ਆ। ਐਕਸੈਸ ਫੰਡਸ ਆਫ ਅ ਫਰਮ ਇਨਵੈਸਟਡ ਇਨ ਐਨੀ ਆਊਟਸਾਈਡ ਬਿਜ਼ਨਸ। ਕਿਸੇ ਬੈਂਕ 'ਚ ਜਮ੍ਹਾਂ ਕਰਵਾਤੇ, ਕਿਸੇ ਕੰਪਨੀ 'ਚ ਤੁਸੀਂ ਸ਼ੇਅਰਸ ਪਰਚੇਸ ਕਰ ਲਏ, ਡਿਬੈਂਚਰਸ ਪਰਚੇਸ ਕਰ ਲਏ, ਜਾਂ ਕੋਈ ਲੈਂਡ ਪਰਚੇਸ ਕਰ ਲਈ, ਕੋਈ ਇਮੂਵੇਬਲ ਪ੍ਰੋਪਰਟੀ ਪਰਚੇਸ ਕਰ ਲਈ, ਹੋਰ ਕਿਸੇ ਬਿਜ਼ਨਸ ਦੇ ਵਿੱਚ ਜਿਹੜਾ ਅਸੀਂ ਹਿੱਸਾ ਪਾਉਂਦੇ ਆ, ਦੈਟ ਇਜ਼ ਅਵਰ ਇਨਵੈਸਟਮੈਂਟ। ਨੈਕਸਟ ਟਰਮ ਇਜ਼ ਈਵੈਂਟ। ਈਵੈਂਟ ਰਾਜੇ ਕੀ ਹੁੰਦਾ? ਈਵੈਂਟ ਦਾ ਮਤਲਬ ਕੋਈ ਵੀ ਉਹ ਮੌਕਾ ਏ ਜਿਹਦੇ ਨਾਲ ਤੁਹਾਡੇ ਐਸਿਡ ਦੀ ਜਾਂ ਲਾਇਬਿਲਿਟੀ ਦੀ ਵੈਲਿਊ ਵੱਧਦੀ ਘਟਦੀ ਆ। ਫੋਰ ਐਗਜ਼ਾਮਪਲ ਤੁਸੀਂ ਕਿਸੇ ਨੂੰ ਲੋਨ ਦਿੱਤਾ, ਤੁਹਾਡੇ ਲਈ ਉਹ ਐਸਿਡ ਆ ਕਿ ਤੁਸੀਂ ਕਿਸੇ ਤੋਂ ਪੈਸੇ ਲੈਣੇ ਆ 50,000, ਸਾਲ ਦਾ ਤੁਹਾਡਾ ਵਿਆਜ 5,000 ਬਣ ਗਿਆ। ਹੁਣ ਤੁਹਾਡੇ ਉਹ ਤੋਂ ਲੈਣ ਵਾਲੇ ਪੈਸੇ ਕਿੰਨੇ ਹੋ ਗਏ? 55,000। 50,000 ਤੁਸੀਂ ਪਹਿਲਾਂ ਲੈਣਾ ਸੀ, 5,000 ਤੁਸੀਂ ਇੰਟਰਸਟ ਅਕਰਿਊਡ ਆ ਤੁਹਾਡਾ ਜਿਹੜਾ ਤੁਸੀਂ ਲੈਣਾ। ਤਾਂ ਤੁਹਾਡੇ ਐਸਿਡ ਦੀ ਵੈਲਿਊ 1 ਸਾਲ ਬਾਅਦ ਚੇਂਜ ਹੋ ਗਈ। ਉਹ ਪਰਟੀਕੂਲਰ ਡੇਟ ਨੂੰ ਅਸੀਂ ਕੀ ਕਵਾਂਗੇ? ਈਵੈਂਟ। ਜਾਂ ਐਸਿਡ ਦੀ ਵੈਲਿਊ ਘਟਦੀ ਵੀ ਆ, ਜਿੱਦਾਂ ਉਹੀ ਮੋਟਰਸਾਈਕਲ ਆ, ਸਾਲ ਬਾਅਦ ਉਹਦਾ ਰੇਟ ਘਟ ਗਿਆ, ਚਾਹੇ ਵੈਲਿਊ ਵਧੇ ਚਾਹੇ ਘਟੇ, ਵਿਚ ਕਾਜ਼ ਚੇਂਜ ਇਨ ਵੈਲਿਊ ਆਫ ਐਸਿਡ, ਜਿਹਦੇ ਨਾਲ ਸਾਡੇ ਐਸਿਡ ਦੀ ਵੈਲਿਊ ਚੇਂਜ ਹੋਊਗੀ, ਉਹਨੂੰ ਅਸੀਂ ਕੀ ਕਵਾਂਗੇ? ਈਵੈਂਟ। ਨੈਕਸਟ ਟਰਮ ਇਜ਼ ਗੁੱਡਵਿਲ। ਗੁੱਡਵਿਲ ਰਾਜੇ ਕੀ ਆ? ਗੁੱਡਵਿਲ ਇਜ਼ ਰੈਪੂਟੇਸ਼ਨ ਆਫ ਬਿਜ਼ਨਸ। ਗੁੱਡਵਿਲ ਇਜ਼ ਗੁੱਡ ਨੇਮ ਆਫ ਬਿਜ਼ਨਸ। ਗੁੱਡਵਿਲ ਇਜ਼ ਗੁੱਡ ਇਮੇਜ ਆਫ ਬਿਜ਼ਨਸ ਵਿਚ ਹੈਲਪ ਟੂ ਅਟਰੈਕਟ ਕਸਟਮਰ, ਟੂ ਇਨਕਰੀਜ਼ ਸੇਲ, ਟੂ ਇਨਕਰੀਜ਼ ਪ੍ਰੋਫਿਟ। ਕਿ ਗੁੱਡਵਿਲ ਬਿਜ਼ਨਸ ਦਾ ਬਣਿਆ ਹੋਇਆ ਚੰਗਾ ਨਾਂ ਹੈ, ਜਿਹਦੇ ਨਾਲ ਵੱਧ ਤੋਂ ਵੱਧ ਕਸਟਮਰ ਉਹਨਾਂ ਕੋਲੇ ਆਉਂਦੇ ਆ। ਜੇ ਕਸਟਮਰ ਜ਼ਿਆਦਾ ਆਉਣਗੇ ਤਾਂ ਸੇਲਸ ਜ਼ਿਆਦਾ ਹੋਣਗੀਆਂ, ਜੇ ਸੇਲਸ ਜ਼ਿਆਦਾ ਹੋਣਗੀਆਂ ਤਾਂ ਉਹਨਾਂ ਨੂੰ ਪ੍ਰੋਫਿਟਸ ਜ਼ਿਆਦਾ ਹੋਣਗੇ। ਹੈ ਗੁੱਡਵਿਲ ਇੰਟੈਂਜੀਬਲ ਆ, ਨਾ ਅਸੀਂ ਇਹਨੂੰ ਟੱਚ ਕਰ ਸਕਦੇ ਹਾਂ, ਨਾ ਅਸੀਂ ਇਹਨੂੰ ਦੇਖ ਸਕਦੇ ਹਾਂ, ਸਿਰਫ ਫੀਲਿੰਗ ਆ। ਤੁਸੀਂ ਕਿਸੇ ਬਿਜ਼ਨਸ 'ਚ ਜਾਂਦੇ ਹੋ, ਤੁਹਾਨੂੰ ਉਹ ਬਿਜ਼ਨਸ ਵਧੀਆ ਲੱਗਦਾ, ਤੁਹਾਨੂੰ ਉੱਥੇ ਜਾ ਕੇ ਵਧੀਆ ਫੀਲ ਹੁੰਦਾ, ਤੁਸੀਂ ਆਪਦੇ ਫਰੈਂਡਸ ਨੂੰ ਵੀ ਸੁਜੈਸਟ ਕਰਦੇ ਆ ਕਿ ਉਸੇ ਸ਼ਾਪ 'ਤੇ ਜਾ, ਉਹਨਾਂ ਦੇ ਵੈਰਾਈਟੀ ਵਧੀਆ, ਉਹਨਾਂ ਦੇ ਪ੍ਰਾਈਸ ਵਧੀਆ ਚੀਜ਼ ਦੇ।
ਇਟ ਮੀਨਸ ਉਹਦੇ ਨਾਲ ਉਹਨਾਂ ਦੀਆਂ ਸੇਲਸ ਇਨਕਰੀਜ਼ ਹੋ ਗਈਆਂ। ਹੁਣ ਤੁਸੀਂ ਉਹ ਜਸਟ ਫੀਲ ਕੀਤਾ, ਨਾ ਤੁਸੀਂ ਉਹਨੂੰ ਟੱਚ ਕੀਤਾ, ਨਾ ਤੁਸੀਂ ਉਹਨੂੰ ਜਿਹੜਾ ਹੈਗਾ ਦੇਖਿਆ ਵਾ। ਤਾਂ ਗੁੱਡਵਿਲ ਉਹ ਇੰਟੈਂਜੀਬਲ ਐਸੇਟ ਆ ਜਿਹੜਾ ਅਸੀਂ ਨਾ ਦੇਖ ਸਕਦੇ ਹਾਂ ਨਾ ਟੱਚ ਕਰ ਸਕਦੇ ਹਾਂ, ਬਟ ਇਹਦੇ ਨਾਲ ਬਿਜ਼ਨਸ ਦੀ ਜਿਹੜੀ ਸੇਲਸ ਇਨਕਰੀਜ਼ ਹੁੰਦੀਆਂ। ਗੁੱਡਵਿਲ ਨੂੰ ਜਨਰੇਟ ਕਰਨ ਲਈ ਬਿਜ਼ਨਸ ਕਸਟਮਰ ਨੂੰ ਵਧੀਆ ਕੁਆਲਿਟੀ ਦੇ ਪ੍ਰੋਡਕਟ ਦਿੰਦਾ, ਸਹੀ ਪ੍ਰਾਈਸ ਤੇ ਦਿੰਦਾ, ਉਹਨਾਂ ਨਾਲ ਵਧੀਆ ਰਿਲੇਸ਼ਨ ਬਣਾ ਕੇ ਰੱਖਦਾ ਵਾ, ਵੈਰਾਈਟੀ ਆਫ ਪ੍ਰੋਡਕਟ ਆਫਰ ਕਰਦਾ। ਇਹਨਾਂ ਚੀਜ਼ਾਂ ਦੇ ਨਾਲ ਉਹ ਵਧੀਆ ਕਨੈਕਸ਼ਨਸ ਬਣਾਉਂਦੇ ਆ ਜਿਹਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਅਰਨਿੰਗ ਇਨਕਰੀਜ਼ ਹੁੰਦੀ ਆ। ਨੈਕਸਟ ਟਰਮ ਇਜ਼ ਕਾਸਟ ਆਫ ਗੁੱਡਸ ਸੋਲਡ। ਕਾਸਟ ਆਫ ਗੁੱਡਸ ਸੋਲਡ ਰਾਜੇ ਕੀ ਆ? ਕਾਸਟ ਆਫ ਗੁੱਡਸ ਸੋਲਡ ਮੀਨਸ ਕਾਸਟ ਆਫ ਬਾਇੰਗ ਮਟੀਰੀਅਲ ਟੂ ਪ੍ਰੋਡਿਊਸ ਫਿਨਿਸ਼ਡ ਗੁੱਡਸ, ਕਿ ਜਿਹੜੀਆਂ ਮੈਨੂਫੈਕਚਰਿੰਗ ਕੰਸਰਨਸ ਆ ਜਾਂ ਕੋਈ ਵੀ ਆ, ਜੋ ਵੀ ਮਟੀਰੀਅਲ ਉਹਨਾਂ ਨੇ ਕਿਸੇ ਚੀਜ਼ ਨੂੰ ਵੇਚਣ ਦੇ ਲਈ ਖੁਦ ਖਰੀਦਿਆ। ਅਗਰ ਇੱਕ ਕੱਪੜੇ ਵਾਲੇ ਕੱਪੜਾ ਆਪ ਬਣਾਉਂਦੇ ਆ ਤਾਂ ਉਹਨਾਂ ਦਾ ਕਾਟਨ ਨੂੰ ਖਰੀਦਣ ਤੇ, ਕਾਟਨ ਤੋਂ ਥਰੈਡ ਬਣਾਉਣ ਤੇ, ਥਰੈਡ ਤੋਂ ਕੱਪੜਾ ਬਣਾਉਣ ਤੇ ਜਿਹੜਾ ਖਰਚਾ ਆਉਂਦਾ, ਦੈਟ ਇਜ਼ ਦੇਅਰ ਕਾਸਟ ਆਫ ਗੁੱਡਸ ਸੋਲਡ। ਅਗਰ ਇੱਕ ਕੱਪੜੇ ਵਾਲਾ ਬਣਿਆ ਬਣਾਇਆ ਕੱਪੜਾ ਵੇਚਦਾ ਵਾ ਤਾਂ ਉਹਨੇ 50,000 ਦਾ ਕੱਪੜਾ ਵੇਚਿਆ ਜਿਹੜਾ ਉਹਨੇ 40,000 ਦਾ ਖਰੀਦਿਆ ਸੀ, ਮੀਨਸ ਉਹਨੂੰ ਖੁਦ ਨੂੰ ਕਾਸਟ ਕਿੰਨੀ ਆਈ ਸੀ ਸੇਲ ਕੀਤੀਆਂ ਗਈਆਂ ਗੁੱਡਸ ਦੀ? 40,000। ਤਾਂ ਕਾਸਟ ਆਫ ਗੁੱਡਸ ਸੋਲਡ ਦਾ ਮਤਲਬ ਹੁੰਦਾ ਹੈ ਕਿ ਜੋ ਵੀ ਚੀਜ਼ ਅਸੀਂ ਬਣਾਉਣੀ ਆ ਉਹਦੇ ਲਈ, ਜੋ ਵੀ ਚੀਜ਼ ਅਸੀਂ ਵੇਚਣੀ ਆ ਉਹਦੇ ਉੱਪਰ ਹੋਇਆ ਖਰਚਾ। ਇਹਦਾ ਫਾਰਮੂਲਾ ਸਾਡੇ ਕੋਲੇ ਕੀ ਆ? ਓਪਨਿੰਗ ਸਟਾਕ ਪਲੱਸ ਨੈਟ ਪਰਚੇਸ ਪਲੱਸ ਡਾਇਰੈਕਟ ਐਕਸਪੈਂਸਿਸ। ਡਾਇਰੈਕਟ ਐਕਸਪੈਂਸ ਮੀਨਸ ਐਕਸਪੈਂਸ ਰਿਲੇਟਡ ਟੂ ਪ੍ਰੋਡਕਸ਼ਨ minus closing stock. Next term is reserve. Reserve ਦਾ ਮਤਲਬ ਰਾਜੇ ਕੀ ਹੁੰਦਾ? Reserve is undistributed profits which are retained for any future emergency. Reserve ਦਾ ਮਤਲਬ ਕੀ ਹੈ ਕਿ ਜੋ ਪੈਸਾ ਅਸੀਂ ਸਾਈਡ ਤੇ ਕੱਢ ਕੇ ਰੱਖ ਲਿਆ, an amount of cash set aside to meet any future emergency, ਕਿ ਫਿਊਚਰ ਦੇ ਵਿੱਚ ਸਾਨੂੰ ਕੋਈ ਕੰਟੀਜੈਂਸੀ ਹੋ ਜੇ, ਕੋਈ ਪ੍ਰੋਬਲਮ ਹੋ ਜੇ, ਕੋਈ ਐਮਰਜੈਂਸੀ ਆ ਜੇ, ਉਹਦੇ ਲਈ ਜੋ ਅਸੀਂ ਥੋੜਾ ਬਹੁਤਾ ਪੈਸਾ ਸਾਈਡ ਤੇ ਕੱਢ ਕੇ ਰੱਖਦੇ ਹਾਂ। ਜਿਹੜੇ ਪ੍ਰੋਫਿਟਸ ਅਸੀਂ ਅੱਗੇ ਡਿਸਟਰੀਬਿਊਟ ਨਹੀਂ ਕਰਦੇ, ਮੈਨੇਜਮੈਂਟ ਅੱਗੇ ਡਿਸਟਰੀਬਿਊਟ ਨਹੀਂ ਕਰਦੀ, that are reserves. Then next term is suspense account. Suspense ਕੀ ਹੁੰਦਾ ਰਾਜਾ? ਸਾਡੇ ਕੋਲੇ suspense ਜਿਹੜਾ ਉਹ ਟੈਂਪਰੇਰੀ ਅਕਾਊਂਟ ਆ, ਕਿ ਜਿਹਦੇ ਵਿੱਚ ਕੀ ਆ ਕਿ ਕੋਈ ਪਰਮਾਨੈਂਟ ਅਕਾਊਂਟ ਨਹੀਂ ਹੈਗਾ। ਸਸਪੈਂਸ ਅਕਾਊਂਟ ਜਸਟ ਟੈਂਪਰੇਰੀ ਆ, ਕਿਉਂਕਿ ਜਦੋਂ ਤੁਸੀਂ ਅੱਗੇ ਕਰੋਗੇ ਆਪਾਂ ਇੱਕ ਟ੍ਰਾਇਲ ਬੈਲੈਂਸ ਬਣਾਵਾਂਗੇ। ਟ੍ਰਾਇਲ ਬੈਲੈਂਸ ਦੀਆਂ ਦੋਨੋਂ ਸਾਈਡਸ ਆ ਜਿਹੜੀਆਂ ਉਹ ਹਮੇਸ਼ਾ ਇਕੁਅਲ ਆਉਣੀਆਂ ਚਾਹੀਦੀਆਂ। ਅਗਰ ਉਹ ਇਕੁਅਲ ਨਹੀਂ ਆਉਂਦੀਆਂ ਤਾਂ ਫਸਟ ਰੀਜ਼ਨ ਕੀ ਆ ਕਿ ਤੁਹਾਡੇ ਪਿੱਛੇ ਕੋਈ ਮਿਸਟੇਕ ਹੋਈ ਵੀ ਆ। ਬਟ ਅਗਰ ਤੁਸੀਂ ਆਪਣਾ ਜਰਨਲ ਲੇਜ਼ਰ ਸਾਰਾ ਚੈੱਕ ਕਰ ਲਿਆ, ਤੁਹਾਨੂੰ ਕੋਈ ਗਲਤੀ ਨਹੀਂ ਲੱਭਦੀ, ਦੈਨ ਉਹ ਟ੍ਰਾਇਲ ਬੈਲੈਂਸ ਨੂੰ ਐਗਰੀ ਕਰਨ ਲਈ ਇੱਕ ਫੇਕ ਅਕਾਊਂਟ ਜਿਹੜਾ ਤੁਸੀਂ ਓਪਨ ਕਰੋਗੇ, ਦੈਟ ਇਜ਼ ਸਸਪੈਂਸ ਅਕਾਊਂਟ। ਕਿ ਜਦੋਂ ਇਨ ਫਿਊਚਰ ਤੁਹਾਨੂੰ ਗਲਤੀ ਪਤਾ ਲੱਗ ਗਈ ਜਾਂ ਤੁਹਾਡਾ ਟ੍ਰਾਇਲ ਬੈਲੈਂਸ ਐਗਰੀ ਕਰ ਗਿਆ, ਉਦੋਂ ਅਸੀਂ ਇਹ ਸਸਪੈਂਸ ਅਕਾਊਂਟ ਨੂੰ ਵਿੱਚੋਂ ਖਤਮ ਕਰ ਦਾਂਗੇ। ਤਾਂ ਸਸਪੈਂਸ ਅਕਾਊਂਟ ਦਾ ਮਤਲਬ ਇੱਕ ਟੈਂਪਰੇਰੀ ਅਕਾਊਂਟ ਆ ਵਿਚ ਇਜ਼ ਓਪਨਡ ਫॉर ਐਗਰਿੰਗ ਦਾ trial balance. Clear? I hope you understand well. Thank you students.